कहूँ वेद रीत कहूँ तासों विपरीत कहूँ त्रिगुण अतीत कहूँ सुरगुण समेत हो। ਸੋ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਕਿਰਦਾਰਾਂ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਇਸ ਜਗਤ ਦੀ ਅਨੋਖੀ ਖੇਡ ਤੋਂ ਜਾਣੂ ਕਰਾਉਂਦੇ ਨੇ ਕਿ ਕਿਸ ਤਰ੍ਹਾਂ ਪਰਮਾਤਮਾ ਵੱਖੋ ਵੱਖਰੇ ਕਿਰਦਾਰ ਨਿਭਾ ਰਿਹਾ। ਸਤਿਗੁਰੂ ਕਹਿੰਦੇ ਕਹੂੰ ਵੇਦ ਰੀਤ ਕਹੂੰ ਤਾਂ ਸਿਉ ਵਿਪਰੀਤ। ਵੇਦ ਰੀਤ ਤੋਂ ਭਾਵ ਖਾਲਸਾ ਜੀ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਦਿੱਤੀ ਹੋਈ ਰੀਤ, ਉਹਨਾਂ ਦੀ ਦਿੱਤੀ ਹੋਈ ਮਰਿਆਦਾ। ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕਿਤੇ ਤੂੰ ਧਰਮਾਂ ਦੀ ਮਰਿਆਦਾ, ਧਾਰਮਿਕ ਗ੍ਰੰਥਾਂ ਦੀ ਮਰਿਆਦਾ ਦਾ ਪਾਲਣ ਕਰ ਰਿਹਾ। ਆਪਾਂ ਵੇਖਦੇ ਸੰਸਾਰ ਦੇ ਵਿੱਚ ਇਨਸਾਨ ਧਰਮੀ ਪੁਰਖ ਜਿਹੜੇ ਧਰਮ ਦੀ ਮਰਿਆਦਾ ਦਾ ਪਾਲਣ ਕਰਦੇ ਨੇ, ਧਰਮ ਦੇ ਵਿੱਚ ਚੱਲਦੇ ਨੇ, ਧਰਮ ਦੇ ਗੁਣਾਂ ਨੂੰ ਧਾਰਨ ਕਰਦੇ ਨੇ। ਊਤਮ ਸੰਗਤ ਊਤਮ ਹੋਵੈ, ਗੁਣ ਕੋ ਧਾਵੈ ਅਵਗੁਣ ਧੋਵੈ, ਧਰਮ ਦਾ ਪਾਲਣ ਕਰਦੇ ਨੇ। ਸਤਿਗੁਰੂ ਕਹਿੰਦੇ ਕਿਤੇ ਤੇ ਸੰਸਾਰ ਦੇ ਵਿੱਚ ਪਰਮਾਤਮਾ ਤੂੰ ਕਿਰਦਾਰ ਨਿਭਾ ਰਿਹਾ ਕਿ ਧਾਰਮਿਕ ਗ੍ਰੰਥਾਂ ਦੀ ਮਰਿਆਦਾ ਦਾ ਪਾਲਣ ਕਰ ਰਿਹਾ, ਪਰ ਕਿਤੇ ਕਹੂੰ ਤਾਂ ਸਿਉ ਵਿਪਰੀਤ, ਕਿਤੇ ਬਿਲਕੁਲ ਧਰਮ ਦੀ ਮਰਿਆਦਾ ਤੋਂ ਉਲਟ ਚੱਲ ਰਿਹਾ। ਵੇਖੋ ਅੱਜ ਵੀ ਸੰਸਾਰ ਦੇ ਵਿੱਚ ਪਿਆਰ ਵਾਲਿਓ ਇਹ ਦ੍ਰਿਸ਼ਟੀ ਮਿਲ ਜਾਵੇ ਨਾ ਤੇ ਉਸ ਗੁਰਸਿੱਖ ਦੇ ਬੜੇ ਵੱਡੇ ਭਾਗ ਹੋਣਗੇ। ਭਾਵੇਂ ਮੈਂ ਵੀ ਵਿੱਚ ਹੀ ਹਾਂ, ਕਿਉਂਕਿ ਸੰਸਾਰ ਦੇ ਵਿੱਚ ਜਿਹੜੇ ਧਰਮ ਦਾ ਮੰਡਨ ਕਰਦੇ ਨੇ, ਧਰਮ ਨੂੰ ਮੰਨਦੇ ਨੇ, ਧਰਮ ਨੂੰ ਪਿਆਰ ਕਰਦੇ ਨੇ, ਧਰਮ ਦੇ ਗੁਣਾਂ ਦਾ ਧਾਰਨ ਕਰਦੇ ਨੇ, ਉਹਨਾਂ ਨਾਲ ਸਾਰੇ ਸਤਿਕਾਰ ਨਾਲ ਵਰਤਾਵ ਕਰਦੇ। ਅਸੀਂ ਸਾਰੇ ਵਿੱਚ ਹੀ ਹਾਂ, ਪਰ ਕਈ ਵਾਰ ਵੇਖਦੇ ਹਾਂ ਕਿ ਜੇ ਕੋਈ ਧਰਮ ਦਾ ਖੰਡਨ ਕਰਨ ਲੱਗ ਪਵੇ ਤੇ ਮਨ ਦੇ ਵਿੱਚ ਈਰਖਾ ਆਉਣ ਲੱਗ ਪੈਂਦੀ ਹੈ ਕਿ ਇਹ ਧਰਮ ਦਾ ਖੰਡਨ ਕਰ ਰਿਹਾ, ਇਹ ਸਾਡੇ ਵਿਚਾਰਾਂ ਨਾਲ ਸਹਿਮਤ ਨਹੀਂ। ਵੇਖੋ ਮੈਂ ਬੇਨਤੀ ਕਰਾਂ ਕਿ ਠੀਕ ਹੈ ਕਿ ਜੇ ਕੋਈ ਧਰਮ ਦਾ ਖੰਡਨ ਕਰੇ, ਕੋਈ ਗੁਰੂ ਦੀ ਬੇਅਦਬੀ ਕਰੇ, ਗੁਰੂ ਕੀ ਨਿੰਦਿਆ ਕਰੇ, ਤੇ ਗੁਰੂ ਕੇ ਖਾਲਸੇ ਨੂੰ ਮਹਾਰਾਜ ਨੇ ਇਹ ਵੀ ਕਿਹਾ ਵੀ ਗੁਰ ਕੀ ਨਿੰਦਾ ਸੁਣੈ ਨਾ ਕਾਣ, ਭੇਟ ਕਰੋ ਤੇ ਸੰਕਰ ਪਾਣ, ਕਿ ਗੁਰੂ ਕੀ ਨਿੰਦਾ ਕੰਨਾਂ ਦੁਆਰਾ ਖਾਲਸੇ ਨੇ ਨਹੀਂ ਸੁਣਨੀ। ਪਰ ਜੇ ਗੁਰੂ ਕੀ ਨਿੰਦਾ ਨਹੀਂ ਸੁਣਨੀ ਤੇ ਪਿਆਰ ਵਾਲਿਓ, ਜੇ ਕਿਸੇ ਧਰਮ ਦਾ ਖੰਡਨ ਕਰਨ ਵਾਲੇ ਨੂੰ, ਗੁਰੂ ਕੀ ਨਿੰਦਿਆ ਕਰਨ ਵਾਲੇ ਨੂੰ ਡੰਡ ਵੀ ਦੇਣਾ ਤੇ ਉਸ ਡੰਡ ਦੇ ਵਿੱਚ ਵੀ ਕਿਰਪਾ ਹੋਵੇ, ਕਿਉਂਕਿ ਗੁਰੂ ਕੇ ਸਿੱਖ ਦਾ ਵਾਰ ਕਿਰਪਾਨ ਦੇ ਵਿੱਚੋਂ ਚੱਲਦਾ। ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ, ਕਿ ਇਹ ਕਿਰਪਾਨ ਵੀ ਕਿਰਪਾ ਕਰਦੀ ਹੈ ਜਿਹਦੇ ਤੇ ਚੱਲ ਪਵੇ। ਭਾਵ ਕਿ ਉਹਨੂੰ ਕਿਰਪਾ ਕਰੋ, ਪਹਿਲਾਂ ਸਮਝਾਓ ਪ੍ਰੇਮ ਦੇ ਨਾਲ, ਕਿਉਂਕਿ ਵਿਰੋਧ ਕਿਸੇ ਨਾਲ ਵੀ ਨਹੀਂ, ਦੁਸ਼ਮਣੀ ਝਗੜਾ ਕਿਸੇ ਨਾਲ ਵੀ ਨਹੀਂ, ਲੜਾਈ ਕਿਸੇ ਨਾਲ ਵੀ ਨਹੀਂ, ਕੇਵਲ ਤੇ ਕੇਵਲ ਆਪਣਾ ਕਰਮ ਕਮਾਉਣਾ ਹੈ। ਇੱਕ ਕਰਮ ਕਮਾ ਰਿਹਾ ਖੰਡਨ ਕਰਨ ਦਾ, ਤੇ ਧਰਮੀ ਪੁਰਖ ਨੇ ਕਰਮ ਕਮਾਉਣਾ ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮੰਡਨ ਕਰਨ ਦਾ। ਕਿ ਜੇ ਕੋਈ ਖੰਡਨ ਵੀ ਕਰ ਰਿਹਾ ਤੇ ਮਨ 'ਚ ਈਰਖਾ ਨਾ ਲੈ ਆਇਓ। ਇਹ ਪਰਮਾਤਮਾ ਹੀ ਵੱਖੋ ਵੱਖਰੇ ਕਿਰਦਾਰ ਨਿਭਾ ਰਿਹਾ ਇਸ ਜਗਤ ਤਮਾਸ਼ੇ ਨੂੰ, ਇਸ ਜਗਤ ਦੀ ਖੇਡ ਨੂੰ, ਸੰਸਾਰ ਦੀ ਖੇਡ ਨੂੰ ਅਨੋਖਾ ਕਰਨ ਲਈ। ਮੈਂ ਤਾਂ ਕਈ ਵਾਰ ਸੋਚਦਾ ਹੁੰਦਾ ਕਿ ਜਿਵੇਂ ਅੱਜ ਕੱਲ੍ਹ ਸੰਸਾਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਿਆਰ ਵਾਲਿਓ ਗੇਮਾਂ ਵੀ ਚੱਲਦੀਆਂ ਨੇ, ਸੰਸਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਿਕਚਰਾਂ ਆਉਂਦੀਆਂ ਨੇ, ਉਹਦੇ ਵਿੱਚ ਵੇਖਦੇ ਹਾਂ ਇੱਕ ਰੋਲ ਉਹ ਹੁੰਦਾ ਜਿਹੜਾ ਕਿਸੇ ਚੀਜ਼ ਦੀ ਰੱਖਿਆ ਕਰਦਾ, ਇੱਕ ਰੋਲ ਉਹ ਹੁੰਦਾ ਜਿਹੜਾ ਉਸ ਚੀਜ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ। ਭਾਵੇਂ ਕਿ ਦੋਵੇਂ ਬੰਦੇ ਦੇ ਬਣਾਏ ਨੇ, ਪਰ ਬੰਦਾ ਬਣਾਉਂਦਾ ਇਸ ਕਰਕੇ ਆ ਦੋਵੇਂ ਕਿਰਦਾਰਾਂ ਨੂੰ ਕਿ ਥੋੜ੍ਹਾ ਜਿਹਾ ਅੱਜ ਐਂਟਰਟੇਨਮੈਂਟ ਕਰ ਲਵਾਂ। ਸੋ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵੀ ਇਸ ਸੰਸਾਰ ਦੀ ਜੋ ਖੇਡ ਹੈ, ਇਹ ਪਰਮਾਤਮਾ ਨੇ ਆਪ ਹੀ ਦੇਵਤੇ ਸਾਜੇ ਨੇ, ਆਪ ਹੀ ਪਰਮਾਤਮਾ ਨੇ ਦੈਂਤ ਸਾਜੇ ਨੇ, ਆਪ ਹੀ ਸੱਚਾਈ ਨੂੰ ਬਣਾਇਆ ਤੇ ਆਪ ਹੀ ਬੁਰਾਈ ਨੂੰ ਬਣਾਇਆ। ਕਿਉਂਕਿ ਜੇ ਬੁਰਾਈ ਨਾ ਹੋਵੇਗੀ ਤੇ ਸੱਚਾਈ ਦਾ ਬੋਲਬਾਲਾ ਨਹੀਂ ਹੋਣਾ, ਜੇ ਪਾਪ ਨਾ ਹੋਵੇਗਾ ਤੇ ਪੁੰਨ ਕਰਦੇ ਹੋਏ ਲੋਕਾਂ ਨੂੰ ਕਦੇ ਸਤਿਕਾਰਿਆ ਨਹੀਂ ਜਾਵੇਗਾ। ਸੋ ਨੈਗੇਟਿਵ ਅਤੇ ਪੋਜ਼ਿਟਿਵ ਇਸ ਸੰਸਾਰ ਦੇ ਵਿੱਚ ਦੋ ਸ਼ਕਤੀਆਂ ਕੰਮ ਕਰਦੀਆਂ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਦ੍ਰਿਸ਼ਟੀ ਹੈ ਕਿ ਜਿਹੜੇ ਪੋਜ਼ਿਟਿਵ ਸ਼ਕਤੀ ਦੇ ਵਿੱਚੋਂ ਵੀ ਪਰਮਾਤਮਾ ਦੀ ਤਾਕਤ ਨੂੰ ਵੇਖਦੇ ਨੇ, ਨੈਗੇਟਿਵ ਸ਼ਕਤੀ ਦੇ ਵਿੱਚੋਂ ਵੀ ਪਰਮਾਤਮਾ ਦੀ ਤਾਕਤ ਨੂੰ ਵੇਖਦੇ ਨੇ, ਕਿ ਦੋਵੇਂ ਹੀ ਕਿਰਦਾਰਾਂ ਦੇ ਵਿੱਚ ਪਰਮਾਤਮਾ ਕਿਰਦਾਰ ਤੂੰ ਨਿਭਾ ਰਿਹਾ, ਰੋਲ ਤੂੰ ਨਿਭਾ ਰਿਹਾ, ਰੋਲ ਤੂੰ ਅਦਾ ਕਰ ਰਿਹਾ, ਕੋਈ ਦੂਜਾ ਨਹੀਂ ਹੈ। ਸੋ ਇਹ ਸੱਚ ਹੈ ਕਿ ਸੰਸਾਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਹੈ ਜੋ ਹਰ ਇੱਕ ਦਾ ਕਿਰਦਾਰ ਨਿਭਾ ਰਿਹਾ ਹੈ। ਸੋ ਅੱਜ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਕਰਮ ਤੇ ਕਮਾਉਣੇ ਚਾਹੀਦੇ ਨੇ, ਪਰ ਆਪਣੀ ਮੱਤ ਗੁਰੂ ਦੀ ਬਾਣੀ ਦੇ ਉੱਤੇ ਉਸ ਮੱਤ ਨੂੰ ਤੋਰਨਾ ਚਾਹੀਦਾ ਕਿ ਗੁਰੂ ਕੀ ਬਾਣੀ ਦਾ ਸਿਧਾਂਤ ਕੀ ਹੈ। ਕਿਉਂਕਿ ਜਦੋਂ ਗੁਰੂ ਸਾਹਿਬਾਂ ਦੇ ਜੀਵਨ ਨੂੰ ਵਾਚਾਂਗੇ ਨਾ ਪਿਆਰ ਵਾਲਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਵਾਚਾਂਗੇ, ਤੇ ਜੇ ਮਹਾਰਾਜ ਨੇ ਜੰਗ ਦੇ ਮੈਦਾਨ ਦੇ ਵਿੱਚ ਕਦੇ ਤੀਰ ਚਲਾਇਆ ਵੀ ਹੈ ਤੇ ਅੰਤ ਵੇਲੇ ਉਹਨੂੰ ਇਹੀ ਕਿਹਾ ਕਿ ਹੁਣ ਖੁਦਾ ਨੂੰ ਚੇਤੇ ਕਰ, ਉਸ ਅੱਲਾ ਨੂੰ ਚੇਤੇ ਕਰ, ਉਸ ਅੱਲਾ ਤੋਂ, ਉਸ ਖੁਦਾ ਤੋਂ ਆਪਣੇ ਗੁਨਾਹਾਂ ਦੀ ਮਾफ़ੀ ਮੰਗ।
ਸੋ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਕਿ ਜੇ ਕਿਸੇ ਨਾਲ ਵਿਚਾਰ ਨਹੀਂ ਰਲਦੇ, ਤੁਸੀਂ ਆਪਣਾ ਕਰਮ ਕਮਾਓ। ਠੀਕ ਹੈ, ਕੋਈ ਗੁਰੂ ਕੀ ਨਿੰਦਿਆ ਕਰਦਾ ਹੈ, ਕੋਈ ਗੁਰੂ ਦੇ ਉੱਤੇ ਤਰਕ ਕਰਦਾ, ਗੁਰੂ ਦੇ ਉੱਤੇ ਸ਼ੰਕਾ ਕਰਦਾ, ਆਪਣਾ ਕਰਮ ਕਮਾ ਕੇ ਉਹਨੂੰ ਜਵਾਬ ਦੇਣਾ ਚਾਹੀਦਾ ਹੈ। ਪਰ ਪਿਆਰ ਵਾਲਿਓ, ਇੱਕ ਗੱਲ ਨੂੰ ਹਮੇਸ਼ਾ ਆਪਣੇ ਜੀਵਨ ਵਿੱਚ ਲਾਗੂ ਕਰਨਾ ਚਾਹੀਦਾ ਹੈ ਕਿ ਇਸ ਰਸਨਾ ਦੇ ਵਿੱਚੋਂ ਕਦੇ ਭੱਦੀ ਸ਼ਬਦਾਵਲੀ ਕਿਸੇ ਲਈ ਵੀ ਨਹੀਂ ਵਰਤਣੀ ਚਾਹੀਦੀ। ਕਦੇ ਵੀ ਆਪਣੀ ਰਸਨਾ ਦੇ ਵਿੱਚੋਂ, ਜਿਵੇਂ ਅੱਜ ਆਪਾਂ ਵੇਖਦੇ ਹਾਂ ਕਿ ਗਾਲਾਂ, ਕਈ ਵਾਰ ਗਾਲਾਂ 'ਤੇ ਵੀ ਲੋਕ ਉਤਰ ਆਉਂਦੇ ਨੇ, ਕਿਸੇ ਨੂੰ ਗਾਲਾਂ ਕੱਢਦੇ ਨੇ, ਕਿਸੇ ਨੂੰ ਅਪਮਾਨ ਕਰਨ ਲਈ ਗਾਲਾਂ ਵੀ ਕੱਢੀਆਂ ਜਾਂਦੀਆਂ। ਪਰ ਬੇਨਤੀ ਕਰਾਂ, ਆਪਣਾ ਕਰਮ ਕਮਾਉਣਾ ਚਾਹੀਦਾ ਹੈ, ਧਰਮ ਦੀ ਗੱਲ ਕਰਨੀ ਚਾਹੀਦੀ ਹੈ, ਪਰ ਕਦੇ ਵੀ ਗੁਰਸਿੱਖ ਦੀ ਜ਼ਬਾਨ ਦੇ ਵਿੱਚੋਂ ਮੰਦਾ ਬੋਲ ਨਹੀਂ ਆਉਣਾ ਚਾਹੀਦਾ, ਫਿੱਕਾ ਸ਼ਬਦ ਨਹੀਂ ਆਉਣਾ ਚਾਹੀਦਾ, ਕਿਉਂਕਿ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ। ਸੱਚੀ ਗੱਲ ਹੈ, ਜਿਨ੍ਹਾਂ ਦੀ ਰਸਨਾ ਦੇ ਉੱਤੇ ਫਿੱਕੇ ਸ਼ਬਦ ਆ ਜਾਣ, ਉਹਨਾਂ ਦਾ ਜੀਵਨ ਸੁੱਕ ਜਾਂਦਾ ਹੈ, ਉਹਨਾਂ ਦੇ ਅੰਦਰੋਂ ਸਿਮਰਨ ਦਾ, ਬੰਦਗੀ ਦਾ ਰਸ ਟੁੱਟ ਜਾਂਦਾ ਹੈ। ਮਹਾਂਪੁਰਖ ਸੰਤਾਂ ਨੇ ਹਮੇਸ਼ਾ ਕਥਨ ਕੀਤਾ ਹੈ ਕਿ ਉਹ ਗੁਰੂ ਕਾ ਸਿੱਖ ਹੋ ਨਹੀਂ ਸਕਦਾ ਜਿਹਦੀ ਰਸਨਾ ਦੇ ਉੱਤੇ ਫਿੱਕੇ ਬੋਲ ਆ ਜਾਣ। ਪਿਆਰ ਵਾਲਿਓ, ਇੱਕ ਕਥਨ ਹੈ ਕਿ ਇੱਕ ਜਗ੍ਹਾ ਇੱਕ ਸਭਾ ਹੋਈ, ਉਹਦੇ ਵਿੱਚ ਇੱਕ ਸ਼ੰਕਾ ਕਰਨ ਵਾਲਾ ਸੱਜਣ ਸੀ। ਬਨਾਰਸ ਦੀ ਗੱਲ ਹੈ ਅਤੇ ਪਿਆਰ ਵਾਲਿਓ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਉਸ ਵਿਦਵਾਨ ਨੇ ਇਹ ਕਿਹਾ ਕਿ ਮੈਂ ਰੱਬ ਦਾ ਖੰਡਨ ਕਰਕੇ ਵਿਖਾਵਾਂਗਾ, ਮੈਂ ਸਿੱਧ ਕਰਾਂਗਾ ਕਿ ਰੱਬ ਨਹੀਂ ਹੈ, ਪਰਮਾਤਮਾ ਨਹੀਂ ਹੈ। ਉਹਨੇ ਕਿਹਾ ਕੋਈ ਵੀ ਆ ਕੇ ਮੇਰੇ ਨਾਲ ਬਹਿਸ ਕਰੇ, ਅਤੇ ਉਦਾਸੀਨ ਸੰਪਰਦਾ ਦੇ ਵਿੱਚੋਂ ਇੱਕ ਮਹਾਂਪੁਰਖ ਗਏ, ਉੱਧਰੋਂ ਉਹਦੀ ਬਹਿਸ ਚੱਲੀ, ਉੱਧਰੋਂ ਮਹਾਂਪੁਰਖ ਉਸ ਸਭਾ ਦੇ ਵਿੱਚ ਸਜੇ ਹੋਏ ਸਨ। ਉਹਨੇ ਕਾਫੀ ਦਲੀਲਾਂ ਦਿੱਤੀਆਂ, ਕਿਉਂਕਿ ਜੋ ਨਗੂਰਾ ਬਹੁ ਬਾਤਾ ਜਾਣ, ਜਿਹੜਾ ਪਿਆਰ ਵਾਲਿਓ ਰੱਬ ਨੂੰ ਮੰਨਦਾ ਨਹੀਂ, ਇਹ ਸੱਚ ਹੈ ਕਿ ਰੱਬ ਨੂੰ ਨਾ ਮੰਨਣ ਵਾਲੇ ਦੀਆਂ ਦਲੀਲਾਂ ਹਮੇਸ਼ਾ ਜ਼ਿਆਦਾ ਹੁੰਦੀਆਂ, ਪਰ ਰੱਬ ਨੂੰ ਮੰਨਣ ਵਾਲੇ ਦੀ ਦਲੀਲਾਂ ਜ਼ਿਆਦਾ ਨਹੀਂ ਹੋਣਗੀਆਂ, ਕਿਉਂਕਿ ਦਲੀਲਾਂ ਨਾਲ ਕਦੇ ਜੀਵਨ ਨਹੀਂ ਬਦਲਦੇ। ਜੀਵਨ ਹਮੇਸ਼ਾ ਸਿਮਰਨ ਨਾਲ ਬਦਲਦਾ ਹੈ, ਸਿਮਰਨ ਨਾਲ ਹੀ ਹਮੇਸ਼ਾ ਲੋਕਾਂ ਦਾ ਪਾਰ ਉਤਾਰਾ ਹੁੰਦਾ ਹੈ, ਸਿਮਰਨ ਭਜਨ ਬੰਦਗੀ ਨਾਲ ਲੋਕਾਂ ਦਾ ਪਾਰ ਉਤਾਰਾ ਹੁੰਦਾ ਹੈ। ਉਹਨੇ ਕਈ ਘੰਟੇ ਦਲੀਲਾਂ ਦਿੱਤੀਆਂ ਪਰਮਾਤਮਾ ਦਾ ਖੰਡਨ ਕਰਨ ਲਈ। ਮਹਾਂਪੁਰਖਾਂ ਨੂੰ ਪੁੱਛਿਆ ਕਿ ਹੁਣ ਤੁਸੀਂ ਜਵਾਬ ਵਿੱਚ ਕੀ ਕਹਿਣਾ ਚਾਹੋਗੇ, ਅਤੇ ਉਹੀ ਗੱਲ ਹੈ, ਜੋ ਨਗੂਰਾ ਬਹੁ ਬਾਤਾ ਜਾਣਾ। ਪਰ ਜਿਹੜਾ ਗੁਰੂ ਦੇ ਵਿੱਚ ਭਿੱਜਾ ਹੋਇਆ ਸੀ, ਉਹਨੇ ਫਿੱਕਾ ਬੋਲ ਇੱਕ ਵੀ ਨਹੀਂ ਬੋਲਿਆ, ਬਲਕਿ ਉਸ ਅਸਮਾਨ ਵੱਲ ਤੱਕ ਕੇ ਉਸ ਪਰਮਾਤਮਾ ਨੂੰ ਇਸ ਤਰ੍ਹਾਂ ਨਮਸਕਾਰ ਕੀਤੀ। ਨਮਸਕਾਰ ਕਰਕੇ ਮੁਸਕਰਾ ਪਏ, ਕਹਿਣ ਲੱਗੇ ਮੁਸਕਰਾ ਕਿਉਂ ਰਹੇ ਹੋ, ਅਸਮਾਨ ਵੱਲ ਕਿਉਂ ਤੱਕ ਰਹੇ ਹੋ? ਅਤੇ ਉਹ ਮਹਾਤਮਾ ਕਹਿਣ ਲੱਗੇ ਤੱਕ ਇਸ ਕਰਕੇ ਰਿਹਾ ਕਿ ਕੈਸੀ ਖੇਡ ਹੈ ਪਰਮਾਤਮਾ ਦੀ, ਕਿ ਜਿਹੜਾ ਤੇ ਉਹਨੂੰ ਮੰਨਦਾ, ਜਿਹੜਾ ਉਹਦਾ ਜਾਪ ਕਰਨਾ ਚਾਹੁੰਦਾ, ਜਿਹੜਾ ਉਹਦੇ ਸ਼ਰਧਾ ਰੱਖਦਾ, ਉਹਨੂੰ ਕਹਿੰਦਾ ਤੂੰ ਇੱਕੋ ਗੁਰਮੰਤਰ ਦਾ ਜਾਪ ਕਰੀ ਜਾ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਇੱਕੋ ਗੁਰਮੰਤਰ ਦਾ ਜਾਪ ਕਰੀ ਜਾ, ਭਾਵਨਾ ਬਣਾਈ ਜਾ। ਪਰ ਜਿਹੜਾ ਉਹਦਾ ਖੰਡਨ ਕਰਦਾ ਤੇ ਉਹਨੂੰ ਕੇਸੀਆਂ ਬਾਖੂਬ ਦਲੀਲਾਂ ਬਖਸ਼ੀਆਂ ਹੋਈਆਂ ਨੇ। ਬਚਨ ਬੜਾ ਵੱਡਾ ਸੀ, ਸ਼ਾਇਦ ਸਮਝ ਵਿੱਚ ਛੇਤੀ ਨਾ ਆਵੇ। ਮਹਾਂਪੁਰਖ ਕਹਿਣ ਲੱਗੇ ਕਿ ਜਿਹੜਾ ਖੰਡਨ ਕਰਦਾ ਉਹਨੂੰ ਪਰਮਾਤਮਾ ਨੇ ਕੈਸੀਆਂ ਦਲੀਲਾਂ ਬਖਸ਼ੀਆਂ, ਅਤੇ ਜਿਹੜਾ ਮੇਰੇ ਵਰਗਾ ਭੋਲਾ ਭਾਲਾ ਪਰਮਾਤਮਾ ਦੀ ਬੰਦਗੀ ਕਰਦਾ, ਪਰਮਾਤਮਾ 'ਤੇ ਭਾਵਨਾ ਰੱਖਦਾ, ਉਹਨੂੰ ਪਰਮਾਤਮਾ ਨੇ ਕਿਹਾ ਤੂੰ ਇੱਕੋ ਅਕਾਲ ਪੁਰਖ ਵਾਹਿਗੁਰੂ ਦੇ ਗੁਰਮੰਤਰ ਦਾ ਜਾਪ ਕਰੀ ਜਾ, ਰਾਮ ਦਾ ਜਾਪ ਕਰੀ ਜਾ, ਅੱਲਾ ਦਾ ਜਾਪ ਕਰੀ ਜਾ, ਵਾਹਿਗੁਰੂ ਦਾ ਜਾਪ ਕਰੀ ਜਾ, ਪਰ ਕੇਵਲ ਇੱਕ ਮੰਤਰ ਦਾ ਜਾਪ ਕਰੀ ਜਾ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਤੂੰ ਜਾਪ ਕਰੀ ਜਾ। ਕੈਸੀ ਖੇਡ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ। ਅਤੇ ਪਿਆਰ ਵਾਲਿਓ, ਉਸ ਸਭਾ ਦੇ ਵਿੱਚ ਪਰਮਾਤਮਾ ਪ੍ਰਤੀ ਹੋਰ ਵੀ ਭਾਵਨਾ ਉੱਥੇ ਸੰਗਤਾਂ ਦੀ ਬਣ ਗਈ ਕਿ ਸੱਚਮੁੱਚ ਇਹ ਪਰਮਾਤਮਾ ਹੀ ਹੈ ਜਿਹੜਾ ਹਰ ਇੱਕ ਦੇ ਉੱਤੇ ਦਾਤ ਬਖਸ਼ ਰਿਹਾ। ਕਿਉਂਕਿ ਸੱਚ ਹੈ ਪਿਆਰ ਵਾਲਿਓ, ਇੱਕ ਚੀਜ਼ ਦਾ ਕੀਤਾ ਹੋਇਆ ਜਾਪ, ਬਹੁਤੀਆਂ ਗੱਲਾਂ ਕਰਨ ਵਾਲੇ, ਬਹੁਤੀਆਂ ਦਲੀਲਾਂ ਦੇਣ ਵਾਲੇ, ਸੱਚੀ ਗੱਲ ਹੈ ਸੰਸਾਰ ਦੇ ਵਿੱਚ ਸੜ ਕੇ ਸਵਾਹ ਹੋ ਜਾਂਦੇ ਨੇ। ਇੱਕ ਫਿਰਹੇ ਘਨੇਰੇ ਕਰਹੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਗੱਲਾਂ ਨਾਲ ਕੋਈ ਪਰਮਾਤਮਾ ਨੂੰ ਪਾ ਨਹੀਂ ਸਕਦਾ। ਪਰ ਆਸਾ ਕੀ ਵਾਰ 'ਚ ਮਹਾਰਾਜ ਕਹਿੰਦੇ ਨਾਨਕ ਲਿਖ ਹੈ ਇੱਕ ਗੱਲ, ਹੋਰ ਹਉਮੈ ਚਖਣਾ ਝਾਕ। ਅੱਜ ਕਹਿੰਦੇ ਨਾ ਬਾਰ-ਬਾਰ ਵਾਹਿਗੁਰੂ ਵਾਹਿਗੁਰੂ ਕਿਉਂ ਕਰੀ ਜਾਂਦੇ, ਬਾਰ-ਬਾਰ ਜਪਜੀ ਸਾਹਿਬ ਵੀ ਕਿਉਂ ਪੜ੍ਹੀ ਜਾਂਦੇ, ਸੁਖਮਨੀ ਸਾਹਿਬ ਵੀ ਕਿਉਂ ਪੜ੍ਹੀ ਜਾਂਦੇ। ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਇੱਥੇ ਤੇ ਕੇਵਲ ਇੱਕੋ ਹੀ ਗੱਲ ਬਾਰ-ਬਾਰ ਪੜ੍ਹਨੀ ਹੈ ਕਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਹੀ ਜਾਪ ਕਰੀ ਜਲ ਤੇ ਤੇਰੀ ਬੇੜੀ ਪਾਰ ਹੋ ਜਾਵੇਗੀ। ਕਿਉਂ? ਕਿਉਂਕਿ ਨਾਨਕ ਲੇਖੈ ਇੱਕ ਗੱਲ, ਕੇਵਲ ਤੇ ਕੇਵਲ ਇੱਕੋ ਪਰਮਾਤਮਾ ਦਾ ਨਾਮ ਲੇਖੇ ਵਿੱਚ ਹੈ, ਹੋਰ ਹਉਮੈ ਚਖਣਾ ਝਾਕ। ਸੱਚੀ ਗੱਲ ਹੈ, ਸੰਸਾਰ ਦੇ ਵਿੱਚ ਬੰਦਾ ਭਾਵੇਂ ਆਪਣੇ ਆਪ ਨੂੰ ਸੱਚਾ ਕਰਨ ਲਈ ਜਿੰਨੀ ਮਰਜ਼ੀ ਦਲੀਲਾਂ ਦੇਈ ਜਾਵੇ, ਪਰ ਉਹ ਕੇਵਲ ਤੇ ਕੇਵਲ ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ ਪੱਠੇ ਪਾਉਂਦਾ, ਕੋਈ ਪਰਮਾਤਮਾ ਦਾ ਚੰਗਾ ਕੰਮ ਨਹੀਂ ਕਰਦਾ। ਜਿਹੜੇ ਪਰਮਾਤਮਾ ਦਾ ਕੰਮ ਕਰ ਰਹੇ ਨੇ ਪਿਆਰ ਵਾਲਿਓ, ਉਹ ਤੇ ਅਡੋਲ,
ਉਹ ਤੇ ਸ਼ਾਂਤ ਹੋ ਕਰਕੇ ਬੰਦਗੀ ਕਰਕੇ ਸਿਮਰਨ ਕਰਕੇ ਸੰਸਾਰ ਦੇ ਲੋਕਾਂ ਨੂੰ ਨਿਰੰਕਾਰ ਤੱਕ ਪਹੁੰਚਾ ਰਹੇ ਨੇ। ਸੋ ਇਹ ਸ਼ੁਰੂ ਤੋਂ ਹੀ ਚੱਲਦਾ ਆ ਕਿ ਇੱਕ ਧਰਮ ਨੂੰ ਮੰਨਦਾ ਹੈ, ਧਰਮ ਦੀ ਮਰਿਆਦਾ ਦਾ ਪਾਲਣ ਕਰਦਾ, ਇੱਕ ਧਰਮ ਦਾ ਖੰਡਨ ਕਰਦਾ। ਦੋਵੇਂ ਸ਼ਕਤੀਆਂ ਹਮੇਸ਼ਾ ਕੰਮ ਕਰਦੀਆਂ ਨੇ। ਪੋਜ਼ਿਟਿਵਿਟੀ ਵੀ ਕੰਮ ਕਰਦੀ ਹੈ, ਨੈਗੇਟਿਵਿਟੀ ਵੀ ਕੰਮ ਕਰਦੀ ਆ, ਪਰ ਇਹ ਸੱਚ ਹੈ ਹਮੇਸ਼ਾ ਜਿੱਤ ਪਰਮਾਤਮਾ ਦਾ ਨਾਮ ਲੈਣ ਵਾਲਿਆਂ ਦੀ ਹੁੰਦੀ ਹੈ। ਹਮੇਸ਼ਾ ਜਿੱਤ ਉਸ ਭਗਤ ਧਰੂ ਦੀ ਹੁੰਦੀ ਹੈ ਜਿਹੜਾ ਅੱਗ ਤੋਂ ਨਹੀਂ ਘਬਰਾਉਂਦਾ, ਜਿਹੜਾ ਖਾਈ ਤੋਂ ਨਹੀਂ ਘਬਰਾਉਂਦਾ, ਜਿਹੜਾ ਪਾਣੀ ਦੇ ਬਹਾਵ ਤੋਂ ਨਹੀਂ ਘਬਰਾਉਂਦਾ ਤੇ ਕੇਵਲ ਹਰੀ ਦਾ ਪਰਮਾਤਮਾ ਦਾ ਜਾਪ ਕਰਦਾ ਹੈ। ਹਮੇਸ਼ਾ ਜਿੱਤ ਭਗਤ ਪ੍ਰਹਿਲਾਦ ਦੀ ਹੁੰਦੀ ਹੈ ਜਿਹੜਾ ਮੌਤ ਤੋਂ ਨਹੀਂ ਘਬਰਾਉਂਦਾ ਬਲਕਿ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ। ਪਰ ਜਿਹੜੇ ਆਪਣੇ ਨਾਮ ਦਾ ਜਾਪ ਕਰਾਉਂਦੇ ਨੇ, ਆਪਣੀਆਂ ਦਲੀਲਾਂ ਦੇ ਘੋੜੇ ਭਜਾਉਂਦੇ ਨੇ, ਉਹਨਾਂ ਦਾ ਸੰਸਾਰ ਦੇ ਉੱਤੇ ਕੱਖ ਵੀ ਨਹੀਂ ਰਹਿੰਦਾ। ਸੋ ਸਤਿਗੁਰੂ ਕਹਿੰਦੇ ਭਾਵੇਂ ਸੰਸਾਰ ਦੇ ਵਿੱਚ ਕੋਈ ਧਰਮ ਦੀ ਮਰਿਆਦਾ ਦਾ ਪਾਲਣ ਕਰ ਰਿਹਾ, ਕੋਈ ਵੇਦਾਂ ਦੀ ਮਰਿਆਦਾ ਵੇਦਾਂ ਦੀ ਰੀਤ ਦੇ ਉੱਤੇ ਚੱਲ ਰਿਹਾ, ਪਰ ਕੋਈ ਬਿਲਕੁਲ ਉਲਟ ਚੱਲ ਰਿਹਾ। ਪਰਮਾਤਮਾ ਇਹ ਕੋਈ ਵੱਖਰੇ ਨਹੀਂ, ਇਹ ਵੀ ਪਰਮਾਤਮਾ ਤੂੰ ਹੀ ਕਿਰਦਾਰ ਨਿਭਾ ਰਿਹਾ, ਸਾਰਿਆਂ ਵਿੱਚ ਤੂੰ ਹੀ ਵਰਤ ਰਿਹਾ, ਹਰ ਇੱਕ ਦੇ ਵਿੱਚ ਤੂੰ ਹੀ ਵਰਤ ਰਿਹਾ। ਵੇਖੋ ਜੋ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ ਕਿਹਾ ਨਾ, ਨਿਰਵੈਰ ਸੱਚੀ ਗੱਲ ਹੈ ਇਹ ਬਾਣੀ। ਜੇ ਗੁਰੂ ਕਾ ਸਿੱਖ ਇਹਨਾਂ ਪੰਕਤੀਆਂ ਨੂੰ ਸੱਚਮੁੱਚ ਕਿਤੇ ਸਮਝ ਲਵੇ ਤੇ ਸੱਚਮੁੱਚ ਨਿਰਵੈਰ ਬਣ ਜਾਂਦਾ, ਵੈਰ ਤੋਂ ਰਹਿਤ ਹੋ ਜਾਂਦਾ, ਕਿਸੇ ਨਾਲ ਵੈਰ ਨਹੀਂ ਰਹਿੰਦਾ। ਫਿਰ ਕੇਵਲ ਆਪਣਾ ਕਰਮ ਕਮਾਉਂਦਾ ਕਿ ਜੇ ਉਹ ਧਰਮ ਦਾ ਖੰਡਨ ਕਰ ਰਿਹਾ, ਪਰਮਾਤਮਾ ਦੇ ਗੁਣਾਂ ਨੂੰ ਨਹੀਂ ਮੰਨ ਰਿਹਾ, ਪਰਮਾਤਮਾ ਨੂੰ ਨਹੀਂ ਮੰਨ ਰਿਹਾ, ਇਹ ਉਹਦਾ ਕਰਮ ਹੈ ਤੇ ਮੈਂ ਆਪਣਾ ਕਰਮ ਕਮਾਉਣਾ, ਮੈਂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨਾ, ਮੈਂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਮੈਂ ਬੇਨਤੀ ਕਰਾਂ, ਅੱਜ ਵੀ ਵੇਖਦੇ ਹਾਂ ਕਈ ਥਾਵਾਂ 'ਤੇ ਸ਼ੰਕੇ ਚੱਲਦੇ ਨੇ ਗੁਰੂ ਕੀ ਬਾਣੀ 'ਤੇ, ਹਰਿਮੰਦਰ ਸਾਹਿਬ 'ਤੇ, ਗੁਰੂ ਤੇਗ ਬਹਾਦਰ ਜੀ ਦੇ ਸਥਾਨ 'ਤੇ, ਸਰੋਵਰ 'ਤੇ ਕਿੰਤੂ ਪਰੰਤੂ ਹੁੰਦਾ, ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਤੇ ਕਿੰਤੂ ਪਰੰਤੂ ਹੁੰਦਾ। ਪਿਆਰ ਵਾਲਿਓ, ਜੇ ਉਹ ਆਪਣਾ ਕਰਮ ਕਮਾ ਰਹੇ ਨੇ, ਆਪਾਂ ਆਪਣੇ ਕਰਮ ਕਮਾਈਏ। ਉਹ ਜਿੰਨੀ ਵੱਧ ਸ਼ੰਕਾ ਕਰਦੇ ਨੇ, ਜਿੰਨੀ ਵੱਧ ਨਿੰਦਿਆ ਕਰਦੇ ਨੇ, ਆਪਾਂ ਉਨੀ ਵੱਧ ਪਰਮਾਤਮਾ ਦੀ ਜੈ ਜੈਕਾਰ ਕਰੀਏ, ਆਪਾਂ ਉਹਨਾਂ ਵੱਧ ਜਾਪ ਸਾਹਿਬ ਦਾ ਜਾਪ ਕਰੀਏ, ਅਕਾਲ ਉਸਤਤ ਦਾ ਜਾਪ ਕਰੀਏ, ਉਹਨਾਂ ਵੱਧ ਚੜ੍ਹ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰੀਏ ਕਿ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸੋ ਸਤਿਗੁਰ ਕਿਰਪਾ ਕਰਦੇ ਨੇ ਔਰ ਅੱਗੇ ਬਚਨ ਕਰਦੇ ਨੇ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਕਹਿੰਦੇ ਨੇ ਕਿਤੇ ਸੰਸਾਰ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ, ਭਾਵ ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਿਉਂਕਿ ਪਿਆਰ ਵਾਲਿਓ, ਸੰਸਾਰ ਦੇ ਵਿੱਚ ਇਹ ਤਿੰਨ ਤਰ੍ਹਾਂ ਦੇ ਇਨਸਾਨ ਨੇ ਤੇ ਬਿਰਤੀਆਂ ਦੇ, ਇੱਕ ਰਜੋ ਗੁਣ ਬਿਰਤੀ ਦੇ ਨੇ, ਇੱਕ ਤਮੋ ਗੁਣ ਬਿਰਤੀ ਦੇ ਨੇ, ਇੱਕ ਸਤੋ ਗੁਣ ਬਿਰਤੀ ਦੇ ਨੇ। ਤਮੋ ਗੁਣ ਬਿਰਤੀ ਦੇ ਉਹ ਇਨਸਾਨ ਨੇ ਜਿਹੜੇ ਕਿ ਕਰਮਹੀਣ ਹੁੰਦੇ ਨੇ ਪਰ ਫਲਹੀਣ ਹੋਣਾ ਨਹੀਂ ਚਾਹੁੰਦੇ, ਭਾਵ ਕਰਮ ਨਹੀਂ ਕੋਈ ਕਰਨਾ, ਸੇਵਾ ਥੋੜੀ ਮੰਗਣ ਬਹੁਤਾ, ਕਿ ਕੰਮ ਕੋਈ ਕਰਨਾ ਨਹੀਂ, ਮਿਹਨਤ ਕੋਈ ਕਰਨੀ ਨਹੀਂ, ਪਰ ਚਾਹੁੰਦੇ ਨੇ ਪ੍ਰਾਪਤੀ ਜ਼ਿਆਦਾ ਹੋ ਜਾਵੇ, ਪ੍ਰਾਪਤੀ ਛੇਤੀ ਹੋ ਜਾਵੇ, ਫਲ ਮਿਲ ਜਾਵੇ, ਅਰਦਾਸ ਪੂਰੀ ਹੋ ਜਾਵੇ, ਦਾਤ ਮਿਲ ਜਾਵੇ। ਸੋ ਇਹ ਜਿਹੜੀ ਬਿਰਤੀ ਹੈ ਇਹ ਤਮੋ ਗੁਣ ਦੀ ਬਿਰਤੀ ਹੈ, ਪਰ ਇੱਦਾਂ ਨਹੀਂ ਚਾਹੀਦਾ। ਸੇਵਾ ਥੋੜੀ ਮੰਗਣ ਬਹੁਤਾ ਨਹੀਂ ਹੋਣਾ ਚਾਹੀਦਾ। ਜੇ ਗੁਰੂ ਘਰ ਜਾ ਕੇ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਜਾਂ ਸੰਸਾਰ ਦੇ ਵਿੱਚ ਮਿਹਨਤ ਕਰਾਂਗੇ ਤੇ ਪ੍ਰਾਪਤੀ ਮਿਹਨਤ ਦੁਆਰਾ ਜ਼ਰੂਰ ਹੋਵੇਗੀ। ਮੈਂ ਬੇਨਤੀ ਕਰਾਂ ਖਾਲਸਾ ਜੀ ਕਿ ਇੱਕ ਮਹਾਂਪੁਰਖ ਦੇ ਬੋਲ ਨੇ ਕਿ ਬੰਦਾ ਕਈ ਵਾਰ ਕਹਿੰਦਾ ਕਿ ਮੈਂ ਭੱਜ ਦੌੜ ਦੇ ਵਿੱਚ ਹੀ ਨਿਤਨੇਮ ਕਰ ਲਵਾਂ, ਭਾਵ ਵੇਖੀਦਾ ਕਈ ਵਾਰ 5-10 ਮਿੰਟਾਂ ਦੇ ਵਿੱਚ ਹੀ ਨਿਤਨੇਮ ਮੁਕਾ ਕੇ ਤੇ ਫਤਿਹ ਵਜਾ ਜਾਂਦੇ, ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਕਿ ਜੇ ਨਿਤਨੇਮ ਭੱਜ ਦੌੜ ਦੇ ਵਿੱਚ ਕਰੋਗੇ ਤੇ ਸੱਚੀ ਗੱਲ ਹੈ ਪ੍ਰਾਪਤੀ ਵੀ ਫਿਰ ਭੱਜ ਦੌੜ ਦੇ ਵਿੱਚ ਹੀ ਹੋਵੇਗੀ, ਅਰਦਾਸ ਵੀ ਪੂਰੀ ਭੱਜ ਦੌੜ ਦੇ ਵਿੱਚ ਹੋਵੇਗੀ। ਇਹ ਨਾ ਕੋ ਵੀ ਘਰੇ ਬੈਠੇ ਬਿਠਾਈ ਪ੍ਰਮਾਤਮਾ ਦੇ ਦੇਵੇਗਾ। ਉਹ ਤੇ ਭਗਤ ਨਾਮ ਦੇ ਵਰਗੇ ਹੀ ਸਨ ਜਿਹੜੇ ਅੱਠੇ ਪੈਰ ਸਮਾਧੀਆਂ ਲਾਉਂਦੇ ਰਹੇ ਤੇ ਪ੍ਰਮਾਤਮਾ ਘਰੇ ਆ ਕੇ ਦਾਤਾਂ ਦਿੰਦਾ ਰਿਹਾ। ਉਹ ਭਗਤ ਸੈਣ ਵਰਗੇ ਹੀ ਸਨ ਕਿ ਜਿਨ੍ਹਾਂ ਦੇ ਘਰ ਪ੍ਰਾਹੁਣੇ ਆ ਗਏ ਸੰਤ ਮਹਾਂਪੁਰਖ। ਮੈਂ ਬੇਨਤੀ ਕਰਦੇ ਹਾਂ ਖਿਨ ਮਾਤਰ ਕਿ ਵੇਖੋ ਭਗਤ ਸੈਣ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਜਿਹੜੇ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦੇ ਸਨ, ਮੁੱਠਾ ਚਾਪੀ ਮਾਲਿਸ਼ ਕਰਨ ਦੀ। ਪਿਆਰ ਵਾਲਿਓ, ਇਤਿਹਾਸ ਲਿਖਦਾ ਕਿ ਭਗਤ ਸੈਣ ਜੀ ਇੱਕ ਦਿਨ ਆਪਣੇ ਘਰੇ ਸਨ ਤੇ ਸ਼ਾਮਾਂ ਦਾ ਵੇਲਾ ਸੀ, ਰਾਜੇ ਦੇ ਮਹਿਲ ਵਿੱਚ ਜਾਣਾ ਸੀ ਤੇ ਸੰਤਾਂ ਦੀ ਮੰਡਲੀ ਆ ਗਈ। ਤੇ ਪਿਆਰ ਵਾਲਿਓ, ਸੰਤਾਂ ਦੀ ਮੰਡਲੀ ਆਈ, ਪਰਮਾਤਮਾ ਦੇ ਗੀਤ ਸ਼ੁਰੂ ਹੋ ਗਏ, ਪਰਮਾਤਮਾ ਦੀ ਸਿਫਤ ਸਲਾਹ ਸ਼ੁਰੂ ਹੋ ਗਈ, ਪਰਮਾਤਮਾ ਦੇ ਗੀਤ ਗਾਉਣ ਲੱਗ ਗਏ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਸਾਰੀ ਰਾਤ ਹੀ ਕੀਰਤਨ ਕਰਦੇ ਰਹੇ। ਜਿਹਨੂੰ ਪਰਮਾਤਮਾ ਨਾਲ ਪਿਆਰ ਹੋਵੇ ਨਾ
ਉਹਨੂੰ ਫਿਰ ਭਾਵੇਂ ਰਾਤ ਸਾਰੀ ਲੱਗ ਜੇ ਤਾਂ ਵੀ ਪ੍ਰਮਾਤਮਾ ਦੀਆਂ ਗੱਲਾਂ ਨਹੀਂ ਛੱਡਦਾ। ਕੋਈ ਕਰ ਗੱਲ ਸੁਣਾਵੇ ਹਰਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਵੇਖੋ, ਜੇ ਕਿਸੇ ਕੋਲ ਕੋਈ ਕਵੇ ਨਾ ਵੀ ਇਹ ਥਰਮਾਮੀਟਰ ਕੀ ਹੈ, ਇਹ ਵੇਖਣ ਲਈ ਵੀ ਗੁਰੂ ਨਾਲ ਪਿਆਰ ਹੈ ਕਿ ਨਹੀਂ, ਤੇ ਥਰਮਾਮੀਟਰ ਇਹੀ ਹੈ, ਇਹ ਵੇਖੋ ਵੀ ਬਾਣੀ ਪੜ੍ਹਨ ਲੱਗਿਆਂ ਮਨ ਇਹ ਤੇ ਨਹੀਂ ਕਰਦਾ ਵੀ ਹੁਣ ਟਾਈਮ ਬੜਾ ਹੋ ਗਿਆ ਤੇ ਗੁਟਕਾ ਬੰਦ ਕਰਦੇ ਹਾਂ। ਸਹਿਜ ਪਾਠ ਕਰਨ ਲੱਗਿਆਂ ਇਹ ਤੇ ਨਹੀਂ ਮਨ ਕਾਲਾ ਪੈਂਦਾ ਵੀ 5 ਅੰਗ ਹੋ ਗਏ ਨੇ, ਜ਼ਿਆਦਾ ਹੀ ਹੋ ਗਏ ਨੇ, ਮੈਂ ਬੰਦ ਕਰ ਦਿਆਂ। ਨਹੀਂ, ਬਲਕਿ ਜਦੋਂ ਮਨ ਇਹ ਕਰੇ ਨਾ ਵੀ ਜਪਜੀ ਸਾਹਿਬ ਕੀਤਾ ਤੇ ਹੁਣ ਲੱਗਦੇ ਹੱਥ ਜਾਪ ਸਾਹਿਬ ਵੀ ਕਰਦੇ ਹਾਂ, ਜਾਪ ਸਾਹਿਬ ਕੀਤਾ ਤੇ ਲੱਗਦੇ ਹੱਥ ਸੁਖਮਨੀ ਸਾਹਿਬ ਵੀ ਕਰਦੇ ਹਾਂ, ਸੁਖਮਨੀ ਸਾਹਿਬ ਕੀਤਾ ਤੇ ਲੱਗਦੇ ਹੱਥ ਕਾਲ ਉਸਤਤ ਸਾਹਿਬ ਜੀ ਦਾ ਜਾਪ ਵੀ ਕਰਦੇ ਹਾਂ। ਬਾਣੀ ਹੋਰ ਪੜ੍ਹਨਾ, ਪ੍ਰਮਾਤਮਾ ਦੇ ਨਾਲ ਗੱਲਾਂ ਕਰਨਾ। 5 ਅੰਗ ਸਹਿਜ ਪਾਠ ਦੇ ਕੀਤੇ ਨੇ ਤੇ 1-2 ਅੰਗ ਹੋਰ ਕਰ ਲਾਂ, ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਲਾਂ। ਕੋਈ ਗੁਰੂ ਕਾ ਪਿਆਰਾ ਆਇਆ ਹੈ ਘਰ ਦੇ ਵਿੱਚ ਤੇ ਉਹਦੇ ਨਾਲ ਗੁਰੂ ਕੀਆਂ ਬਾਤਾਂ ਪਾਉਣ ਨੂੰ ਚਿੱਤ ਕਰੀ ਜਾਂਦਾ ਕਿ ਗੁਰੂ ਕੀਆਂ ਬਾਤਾਂ, ਗੁਰੂ ਕੀ ਜੈ ਜੈਕਾਰ, ਗੁਰੂ ਕੀ ਸਿਫਤ ਸਲਾਹ ਹੋਰ ਕਰ ਲਾਂ, ਤੇ ਸੱਚੀ ਗੱਲ ਹੈ ਉਸ ਦਿਨ ਸਮਝਿਓ ਗੁਰੂ ਨਾਲ ਪ੍ਰੇਮ ਪੈ ਚੁੱਕਿਆ। ਪਰ ਜਿੱਦਣ ਘਰ ਦੇ ਵਿੱਚ ਕੋਈ ਜੀ ਆ ਜਾਵੇ ਤੇ ਨਿੰਦਿਆ ਚੁਗਲੀ ਕਰਨ ਦਾ ਮਨ ਕਰੇ, ਫਿਰ ਸਮਝ ਲਓ ਵੀ ਗੁਰੂ ਨਾਲ ਹਲੇ ਪ੍ਰੇਮ ਪਿਆ ਨਹੀਂ। ਕਿਉਂਕਿ ਜਿੱਦਣ ਗੁਰੂ ਨਾਲ ਪ੍ਰੇਮ ਪੈ ਗਿਆ ਫਿਰ ਭਾਵੈ ਅੰਨ ਨਾ ਪਾਣੀ, ਫਿਰ ਤੇ ਅੰਨ ਵੀ ਨਹੀਂ ਪਾਉਣਾ, ਪਾਣੀ ਵੀ ਨਹੀਂ ਪਾਉਣਾ, ਫਿਰ ਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਸੋ ਨਿਤਨੇਮ ਵੀ ਬੜੇ ਟਿਕਾ ਦੇ ਵਿੱਚ ਸਹਿਜ ਅਵਸਥਾ ਵਿੱਚ ਕਰਨਾ ਚਾਹੀਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮੈਂ ਬੇਨਤੀ ਕਰ ਰਿਹਾ ਕਿ ਪ੍ਰਾਹੁਣੇ ਆ ਗਏ, ਸੰਤ ਮੰਡਲੀ ਆ ਗਈ, ਭਗਤ ਜੀ ਪਰਮਾਤਮਾ ਦੇ ਗੀਤ ਗਾਉਂਦੇ ਰਹੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੇ। ਤੇ ਇਤਿਹਾਸ ਲਿਖਦਾ ਕਿ ਕਹਿੰਦੇ ਨੇ ਰਾਤ ਐਸੇ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਖੁੱਬੇ ਕਿ ਰਾਜੇ ਦੀ ਡਿਊਟੀ ਤੇ ਜਾ ਨਾ ਸਕੇ। ਪਰੰਤੂ ਜਦੋਂ ਸਵੇਰ ਹੋਈ ਤੇ ਰਾਜੇ ਦੇ ਮਹਿਲ ਵਿੱਚ ਪਹੁੰਚੇ ਤੇ ਰਾਜਾ ਕਹਿਣ ਲੱਗਾ, ਚੱਲ ਛੇਤੀ ਕਰ, ਹੁਣ ਦੂਸਰਾ ਕੰਮ ਵੀ ਕਰ ਲਈਏ, ਆ ਗਿਆ ਤੂੰ ਆਪਣਾ ਕਾਰਜ ਕਰਕੇ। ਉਹ ਕਹਿਣ ਲੱਗੇ ਵੀ ਕਿਹੜਾ ਕਾਰਜ ਕਰਕੇ? ਕਹਿੰਦੇ ਨੇ ਜਿਹੜੀ ਤੂੰ ਰਾਤ ਨੂੰ ਮੈਨੂੰ ਮਾਲਿਸ਼ ਕੀਤੀ, ਮੁੱਠਾ ਚਾਪੀ ਕੀਤੀ, ਉਹਨੇ ਮੈਨੂੰ ਬਾਹਲਾ ਹੀ ਆਰਾਮ ਬਖਸ਼ਿਆ, ਬਾਹਲਾ ਹੀ ਸਕੂਨ ਆਇਆ। ਉਹ ਕਹਿਣ ਲੱਗੇ ਮੈਂ ਤੇ ਰਾਤ ਤੋਂ ਆਪਣੇ ਘਰ ਦੇ ਵਿੱਚ ਸੰਤ ਮੰਡਲੀ ਦੇ ਨਾਲ ਪਰਮਾਤਮਾ ਦੇ ਗੁਣ ਗਾ ਰਿਹਾ ਸਾਂ। ਰਾਜਾ ਕਹਿ ਰਿਹਾ ਕਿ ਨਹੀਂ ਨਹੀਂ, ਤੂੰ ਤਾਂ ਹੁਣੇ ਮੇਰੇ ਕੋਲੋਂ ਆਗਿਆ ਲੈ ਕੇ ਗਿਆ ਕਿ ਮੈਂ ਕੋਈ ਕਾਰਜ ਕਰਕੇ ਆਇਆ, ਪਰ ਤੂੰ ਕਹਿ ਰਿਹਾ ਵੀ ਮੈਂ ਘਰ ਦੇ ਵਿੱਚ ਹਾਂ, ਪਰ ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਿਆ। ਭਗਤ ਜੀ ਭਾਵਨਾ ਵਾਲੇ ਸਨ, ਪਿਆਰ ਵਾਲਿਓ। ਰਾਜਾ ਵੀ ਭਾਵਨਾ ਵਾਲਾ ਸੀ। ਕਹਿਣ ਲੱਗਿਆ ਤੂੰ ਰੱਬ ਦੇ ਕੰਮ ਕਰਦਾ ਰਿਹਾ ਤੇ ਰੱਬ ਤੇਰੇ ਕੰਮ ਕਰਦਾ ਰਿਹਾ। ਰਾਜੇ ਨੇ ਭਗਤ ਜੀ ਦੇ ਚਰਨ ਫੜ ਲਏ, ਕਹਿੰਦੇ ਨੇ ਤੂੰ ਧੰਨ ਹੈ ਜਿਹਦੇ ਕਰਕੇ ਰੱਬ ਤੇਰਾ ਰੂਪ ਧਾਰ ਕੇ ਆਇਆ ਤੇ ਮੇਰੀ ਮਾਲਿਸ਼, ਮੇਰੀ ਮੁੱਠਾ ਚਾਪੀ ਕਰ ਗਿਆ। ਕਹਿੰਦਾ ਤਾਂ ਮੈਨੂੰ ਅੱਜ ਇੰਨਾ ਸਕੂਨ ਮਿਲਿਆ ਕਿਉਂਕਿ ਰੱਬ ਤੇਰਾ ਰੂਪ ਧਾਰ ਕੇ ਆਇਆ। ਸੱਚੀ ਗੱਲ ਹੈ। ਭਗਤ ਜੀ ਘਰ ਦੇ ਵਿੱਚ ਬੈਠ ਕੇ ਰੱਬ ਦੇ ਗੁਣ ਗਾਉਂਦੇ ਰਹੇ, ਪਰ ਪਰਮਾਤਮਾ ਰੱਬ ਨੇ ਭਗਤ ਦੀ ਪੈਜ ਤਾਂ ਰੱਖੀ ਵੀ ਕਿਤੇ ਰਾਜਾ ਮੇਰੇ ਭਗਤ ਤੇ ਕ੍ਰੋਧ ਹੋ ਕੇ ਉਹਨੂੰ ਡੰਡ ਨਾ ਦੇਵੇ। ਇਸ ਕਰਕੇ ਉਹ ਭਗਤ ਦਾ, ਆਪਣੇ ਪਿਆਰੇ ਦਾ ਰੂਪ ਧਰ ਕੇ ਰਾਜੇ ਦੇ ਮਹਿਲ ਵਿੱਚ ਜਾ ਕੇ ਆਪਣੇ ਭਗਤ ਦਾ ਕਿਰਦਾਰ ਨਿਭਾਉਂਦੇ ਰਹੇ। ਸੋ ਪਰਮਾਤਮਾ ਵੱਖੋ ਵੱਖਰੇ ਕਿਰਦਾਰ ਨਿਭਾ ਸਕਦਾ ਹੈ। ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਪਿਆਰ ਵਾਲਿਓ ਕਿ ਆਪਾਂ ਗੁਰੂ ਕਾ ਕੰਮ ਨਾ ਛੱਡੀਏ, ਗੁਰੂ ਕਾ ਕੰਮ ਕਰੀਏ, ਗੁਰੂ ਕਾ ਕਾਰਜ ਕਰੀਏ ਤੇ ਗੁਰੂ ਸਾਡੇ ਕਾਰਜ ਜ਼ਰੂਰ ਕਰੇਗਾ। ਆਪਾਂ ਕਹਿੰਦੇ ਨਾ ਸਾਡੇ ਕਾਰਜ ਕਿਵੇਂ ਹੋਣਗੇ, ਕੰਮ ਕਿਵੇਂ ਬਣਨਗੇ। ਬੇਨਤੀ ਕਰਦਾ ਆਪਾਂ ਗੁਰੂ ਕੇ ਕੰਮ ਕਰੀਏ, ਭਾਵ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸੇਵਾ ਕਰੀਏ, ਸਿਮਰਨ ਕਰੀਏ, ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਾ ਕਰੀਏ, ਵਿਤਕਰਾ ਨਾ ਕਰੀਏ, ਈਰਖਾ ਨਾ ਕਰੀਏ, ਹਰ ਇੱਕ ਦੇ ਨਾਲ ਪ੍ਰੇਮ ਰੱਖੀਏ, ਅੰਦਰੋਂ ਬਾਹਰੋਂ ਇੱਕ ਹੋਈਏ। ਇਹ ਨਾ ਹੋਵੇ ਕਿ ਬਾਹਰੋਂ ਬਹੁਤ ਹੀ ਪਿਆਰ ਵਿਖਾਈਏ ਤੇ ਅੰਦਰ ਉਹਦੇ ਪ੍ਰਤੀ ਈਰਖਾ ਦਾ ਜ਼ਹਿਰ ਘੋਲੀ ਜਾਈਏ। ਨਹੀਂ, ਅੰਦਰੋਂ ਬਾਹਰੋਂ ਇੱਕ ਹੋਣ ਦਾ ਜਿਹੜੀ ਬਿਰਤੀ ਆਪਣੇ ਵਿੱਚ ਲਿਆਈਏ ਤੇ ਗੁਰੂ ਸਾਡੇ ਕਾਰਜ ਰਾਸ ਜ਼ਰੂਰ ਕਰੇਗਾ। ਸੋ ਮੈਂ ਬੇਨਤੀ ਕਰ ਰਿਹਾ ਕਿ ਤਮੋ ਗੁਣ ਇਹ ਉਹ ਬਿਰਤੀ ਹੈ ਕਿ ਜਦੋਂ ਬੰਦਾ ਕਰਮਹੀਣ ਹੁੰਦਾ ਹੈ ਪਰ ਫਲਹੀਣ ਹੋਣਾ ਨਹੀਂ ਚਾਹੁੰਦਾ, ਭਾਵ ਮਿਹਨਤ ਥੋੜ੍ਹੀ ਕਰਦਾ, ਕੰਮ ਥੋੜ੍ਹਾ ਕਰਦਾ, ਕਰਮ ਥੋੜ੍ਹਾ ਕਰਦਾ, ਪਰ ਪ੍ਰਾਪਤੀ ਬਹੁਤ ਜ਼ਿਆਦਾ ਕਰਨੀ ਚਾਹੁੰਦਾ। ਰਜੋ ਗੁਣ ਵਿੱਚ ਇਹ ਹੁੰਦਾ ਕਿ ਭੱਜ ਦੌੜ ਵੀ ਬੰਦਾ ਕਰਦਾ ਤੇ ਨਾਲੇ ਫਲ ਦੀ ਪ੍ਰਾਪਤੀ ਵੀ ਬਹੁਤ ਜ਼ਿਆਦਾ ਚਾਹੁੰਦਾ ਕਿ ਮੈਨੂੰ ਫਲ ਦੀ ਪ੍ਰਾਪਤੀ ਵੀ ਬਹੁਤ ਹੋ ਜਾਵੇ, ਤੇ ਭੱਜ ਦੌੜ ਵੀ ਮਿਹਨਤ ਵੀ ਬਹੁਤ ਕਰਦਾ ਕਿ ਸਾਰਾ ਜੀਵਨ ਹੀ ਇਸ ਬੰਦੇ ਦਾ ਸੰਘਰਸ਼ ਵਿੱਚ ਚਲਿਆ ਜਾਂਦਾ। ਆਪਾਂ ਵੇਖਦੇ ਹਾਂ ਅੱਜ ਕੱਲ੍ਹ, ਹੁਣ ਤਾਂ ਚਲੋ ਇਹ ਸਮਾਂ ਚੱਲ ਰਿਹਾ ਕਿ ਹਰ ਇੱਕ ਨੂੰ ਸਕੂਨ ਮਿਲਿਆ, ਨਹੀਂ ਤਾਂ ਬੰਦਿਆਂ ਕੋਲ ਤੇ ਪਿਆਰ ਵਾਲਿਓ ਪ੍ਰਸ਼ਾਦਾ ਛਕਣ ਦਾ ਟਾਈਮ ਨਹੀਂ ਹੁੰਦਾ। ਜਾਂਦੇ ਜਾਂਦੇ ਭੱਜ ਦੌੜ ਦੇ ਵਿੱਚ ਹੀ ਦਫ਼ਤਰ ਤੇ ਜਾਂਦੇ ਜਾਂਦੇ ਛਕ ਲੈਣਗੇ, ਸਾਹ ਲੈਣ ਦਾ ਸਮਾਂ ਨਹੀਂ, ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ, ਪਰਿਵਾਰ ਦੇ ਵਿੱਚ ਬੈਠਣ ਦਾ ਸਮਾਂ ਨਹੀਂ। ਕਿਉਂ? ਕਿਉਂਕਿ ਇੱਕ ਦੌੜ ਲੱਗੀ ਹੈ, ਕੋਈ ਪ੍ਰਾਪਤੀ ਹੋ ਜਾਵੇ।
ਪਰ ਮੈਂ ਬੇਨਤੀ ਕਰਦਾ ਕਿ ਵੇਖੋ ਕੈਸੀ ਦੌੜ ਹੈ, ਕੈਸੀ ਭੱਜ ਦੌੜ ਬੰਦੇ ਦੀ ਲੱਗੀ ਹੈ ਕਿ ਸਾਰਾ ਉਮਰ ਸਾਰੇ ਜੀਵਨ ਸੰਘਰਸ਼ ਵਿੱਚ ਕੱਢ ਦਿੰਦਾ ਹੈ। ਮਰਨ ਤੱਕ ਇਹਦੇ ਜੀਵਨ ਨੂੰ ਸੰਤੋਖ ਨਹੀਂ ਆਉਂਦਾ। ਬਿਨਾਂ ਸੰਤੋਖ ਨਹੀਂ ਕਹੂ ਰਾਜੈ। ਕਦੇ ਵੀ ਸੰਤੁਸ਼ਟੀ ਨਹੀਂ ਹੁੰਦੀ ਕਿ ਹਾਂ ਹੁਣ ਮੈਂ ਇੱਥੇ ਸੰਤੁਸ਼ਟ ਹਾਂ, ਇਸ ਤੋਂ ਵੱਧ ਮੈਨੂੰ ਭੱਜ ਦੌੜ ਕਰਨ ਦੀ ਲੋੜ ਨਹੀਂ। ਬੱਚਾ ਸੀ ਤੇ ਪਿਆਰ ਵਾਲਿਓ ਪੜ੍ਹਾਈਆਂ ਦੀ ਭੱਜ ਦੌੜ, ਸਾਰਾ ਦਿਨ ਸਾਰੀ ਰਾਤ ਪੜ੍ਹਾਈਆਂ ਦੀ ਪ੍ਰਾਪਤੀ ਹੋ ਜਾਵੇ। ਵੱਡਾ ਹੋਇਆ ਤੇ ਨੌਕਰੀਆਂ ਦੀ ਕੰਮਾਂ ਕਾਰਾਂ ਦੀ ਭੱਜ ਦੌੜ, ਪ੍ਰਾਪਤੀ ਹੋ ਜਾਵੇ। ਬਜ਼ੁਰਗ ਹੋਇਆ ਤੇ ਤਾਂ ਵੀ ਪ੍ਰਾਪਤੀਆਂ ਵੱਲ ਭੱਜਦਾ ਰਿਹਾ, ਪਰ ਪ੍ਰਾਪਤੀ ਨਾ ਹੋਈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਪਰਮਾਤਮਾ ਦੇ ਭਜਨ ਤੋਂ ਬਿਨਾਂ ਸਭ ਵਿਅਰਥ ਚਲਾ ਗਿਆ, ਪ੍ਰਾਪਤੀ ਨਾ ਹੋਈ। ਮੈਂ ਬੇਨਤੀ ਕਰਾਂ ਕਿ ਵੇਖੋ ਇਨਸਾਨ ਨੇ ਕੈਸੀ ਖੋਜ ਕੀਤੀ ਕਿ ਇਨਸਾਨ ਨੇ ਚਟਾਨਾਂ ਨੂੰ, ਪਹਾੜਾਂ ਨੂੰ ਖੋਦਿਆ ਤੇ ਹੀਰੇ ਦੀਆਂ ਖਾਨਾਂ ਲੱਭ ਲਈਆਂ। ਇਹਨੇ ਤੇਲ ਦੇ ਖੂਹ ਲੱਭ ਲਏ। ਇਹ ਚੰਦਰਮਾ ਤੱਕ ਪਹੁੰਚ ਗਿਆ, ਪਰ ਹਲੇ ਵੀ ਤਲਾਸ਼ ਜਾਰੀ ਹੈ, ਹਲੇ ਵੀ ਸੰਤੁਸ਼ਟੀ ਨਹੀਂ ਹੋਈ। ਕਿਉਂਕਿ ਜਿਹਦੀ ਖੋਜ ਕਰਨੀ ਸੀ ਉਹਦੀ ਖੋਜ ਕਰ ਹੀ ਨਹੀਂ ਸਕਿਆ। ਇਸ ਮਨ ਕੋ ਕੋਈ ਖੋਜੋ ਭਾਈ, ਮਨ ਦੀ ਖੋਜ ਨਹੀਂ ਕਰ ਸਕਿਆ, ਬਾਹਰ ਲੱਭਦਾ ਫਿਰਿਆ। ਪਰ ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਕਿ ਜੋ ਬ੍ਰਹਮੰਡ ਵਿੱਚ ਲੱਭਦਾ ਫਿਰਦਾ ਉਹ ਤੇ ਤੇਰੇ ਅੰਦਰ ਹੈ। ਜੋ ਕੁੱਲ ਬ੍ਰਹਮੰਡ ਵਿੱਚ ਰਮਿਆ ਹੋਇਆ ਹੈ, ਕੁੱਲ ਕਾਇਨਾਤ ਵਿੱਚ ਰਮਿਆ ਹੋਇਆ ਤੇਰੇ ਅੰਦਰ ਬੈਠਾ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਉਹ ਹਰ ਜੀ ਤੇ ਤੇਰੇ ਹਿਰਦੇ ਰੂਪੀ ਗੁਫਾ ਦੇ ਵਿੱਚ ਬੈਠਾ ਹੈ। ਕਦੇ ਉਹਦੀ ਖੋਜ ਤੇ ਕੀਤੀ ਨਹੀਂ, ਕਦੇ ਉਹਨੂੰ ਤੇ ਸਵਾਰਿਆ ਹੀ ਨਹੀਂ, ਕਦੇ ਉਹਨੂੰ ਤੇ ਸ਼ਿੰਗਾਰਿਆ ਨਹੀਂ। ਤੇ ਭਗਤ ਫਰੀਦ ਜੀ ਕਹਿੰਦੇ ਨੇ ਬਾਹਰ ਦੀਆਂ ਪ੍ਰਾਪਤੀਆਂ ਕਰਦਾ ਰਿਹਾ, ਪਰ ਅੰਤ ਕੀ ਹੋਇਆ? ਫਰੀਦਾ ਮਹਿਲ ਨਿਸਖਣੇ ਰਹਿ ਗਏ, ਵਾਸਾਂ ਆਇਆ ਤਲ। ਕਹਿੰਦੇ ਨੇ ਜਿਹਨਾਂ ਮਹਿਲਾਂ ਦੇ ਵਿੱਚ ਰਹਿੰਦਾ ਸੀ, ਜਦੋਂ ਸਵਾਸ ਪੂਰੇ ਹੋ ਗਏ ਤੇ ਅੱਜ ਉਹ ਮਹਿਲ, ਉਹ ਘਰ-ਬਾਰ ਸੁੰਨੇ ਹੋ ਗਏ। ਘਰਾਂ 'ਚ ਕੋਈ ਵੀ ਨਹੀਂ ਰਹਿੰਦਾ, ਮਹਿਲ ਸੁੰਨੇ ਹੋ ਜਾਂਦੇ ਨੇ ਬੰਦੇ ਦੇ ਜਾਣ ਤੋਂ ਬਾਅਦ, ਜੀਵਨ ਪੂਰਾ ਹੋਣ ਤੋਂ ਬਾਅਦ। ਵੇਖਦੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਪਿਆਰ ਵਾਲੇ ਉਹ ਬਜ਼ੁਰਗ ਹੁੰਦੇ ਨੇ, ਰੌਣਕਾਂ ਲੱਗੀਆਂ ਰਹਿੰਦੀਆਂ। ਘਰ ਦੇ ਵਿੱਚੋਂ ਉਹ ਚਲਿਆ ਜਾਵੇ ਜੀ ਤੇ ਘਰ ਦੇ ਵਿੱਚ ਫਿਰ ਉਹ ਰੌਣਕ ਨਹੀਂ ਰਹਿੰਦੀ ਤੇ ਬੰਦਾ ਕਹਿੰਦਾ ਕਿ ਘਰ ਤੇ ਸੁੰਨਾ ਸੁੰਨਾ ਲੱਗਦਾ। ਫਰੀਦ ਸਾਹਿਬ ਕਹਿੰਦੇ ਫਰੀਦਾ ਮਹਿਲ ਨਿਸਖਣੇ ਰਹਿ ਗਏ, ਵਸ ਆਇਆ ਤਲ। ਅੱਜ ਉਹ ਸੁੰਨੇ ਹੋ ਗਏ ਨੇ ਮਹਿਲ, ਉਹ ਘਰ ਜਿਨ੍ਹਾਂ ਦੇ ਵਿੱਚ ਰੌਣਕਾਂ ਲੱਗੀਆਂ ਸੀ। ਕਿਉਂਕਿ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਭਜਨ ਨਹੀਂ ਕੀਤਾ। ਸੋ ਭਗਤ ਫਰੀਦ ਜੀ ਕਹਿੰਦੇ ਨੇ ਇਸ ਕਰਕੇ ਮੈਂ ਸੰਸਾਰ ਦੇ ਬੰਦਿਆਂ ਇੱਕ ਹੋਕਾ ਦੇਣਾ, ਆਖਾਂ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ, ਕਿ ਬੰਦਗੀ ਕਰ, ਪਰਮਾਤਮਾ ਦੀ ਇਬਾਦਤ ਕਰ। ਪਤਾ ਨਹੀਂ ਸੱਦਾ ਅੱਜ ਆ ਜਾਣਾ ਕਿ ਸੱਦਾ ਅਗਲੇ ਦਿਨ ਆ ਜਾਣਾ, ਕਿ ਸੱਦਾ ਅਗਲੇ ਸਾਹ 'ਤੇ ਆ ਜਾਣਾ। ਪਰਮਾਤਮਾ ਦੀ ਸਿਮਰਨ ਕਰ, ਕਿਉਂਕਿ ਪਤਾ ਨਹੀਂ ਕਦੋਂ ਇੱਥੋਂ ਫਾਨੀ ਸੰਸਾਰ ਤੋਂ ਕੂਚ ਕਰਨਾ ਪੈ ਜਾਣਾ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਪਰ ਮੈਂ ਬੇਨਤੀ ਕਰਾਂ ਪਿਆਰਿਓ, ਸਾਰੀਆਂ ਉਮਰਾਂ ਬੀਤ ਜਾਂਦੀਆਂ, ਪਰ ਬੰਦਗੀ ਦੀ ਸੋਝੀ, ਇਬਾਦਤ ਦੀ ਜਾਚ ਕਿਸੇ ਵਿਰਲੇ ਨੂੰ ਆਉਂਦੀ ਹੈ। ਕੋਈ ਵਿਰਲਾ ਹੀ ਹੈ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਿਤਨੇਮ ਦਾ ਧਾਰਨੀ ਹੋ ਜਾਵੇ। ਨਹੀਂ ਤਾਂ ਕਈ ਵਾਰ ਤਾਂ ਅੰਮ੍ਰਿਤ ਛਕ ਕੇ ਵੀ ਬੰਦਾ ਸਾਰੀ ਉਮਰ ਗਵਾ ਦਿੰਦਾ ਅਤੇ ਨਿਤਨੇਮ ਤੋਂ ਟੁੱਟਿਆ ਹੀ ਰਹਿ ਜਾਂਦਾ, ਅੰਮ੍ਰਿਤ ਵੇਲੇ ਤੋਂ ਟੁੱਟਿਆ ਹੀ ਰਹਿ ਜਾਂਦਾ। ਮੈਂ ਬੇਨਤੀ ਕਰਾਂ ਹਰ ਇੱਕ ਗੁਰੂ ਕੇ ਸਿੱਖ ਨੂੰ ਚਾਹੀਦਾ ਕਿ ਘੱਟੋ ਘੱਟ 5 ਬਾਣੀਆਂ ਦੇ ਨਿਤਨੇਮ ਦਾ ਧਾਰਨੀ ਤੇ ਹੋਵੇ। ਘੱਟੋ ਘੱਟ ਵੱਧ ਤੋਂ ਵੱਧ, ਤੇ ਜਿੰਨੀ ਬਾਣੀ ਪੜ੍ਹੀਏ ਥੋੜ੍ਹੀ ਹੈ। ਅਗਣਤ ਭਰੇ ਭੰਡਾਰ ਗੁਰੂ ਕੀਆਂ ਬਖਸ਼ਿਸ਼ਾਂ ਨੇ, ਗੁਰੂ ਕੀਆਂ ਰਹਿਮਤਾਂ ਨੇ। ਵੱਧ ਤੋਂ ਵੱਧ ਜਿੰਨਾ ਸਿਮਰਨ ਕਰ ਲਈਏ ਥੋੜ੍ਹਾ ਹੈ। ਮੈਂ ਬੇਨਤੀ ਕਰਾਂ ਕਿ ਮਹਾਂਪੁਰਖਾਂ ਦਾ ਇੱਕ ਬਚਨ ਸਾਂਝਾ ਕਰਾਂ। ਕਹਿੰਦੇ ਵੀ ਬਾਬਾ ਨੰਦ ਸਿੰਘ ਜੀ ਬਹੁਤ ਬੰਦਗੀ ਕਰਦੇ ਨੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ। ਅਤੇ ਬਾਬਾ ਮਹਾਰ ਨਾਮ ਸਿੰਘ ਨੇ ਇੱਕ ਦਿਨ ਸੁਭਾਵਕ ਹੀ ਪੁੱਛ ਲਿਆ ਕਿ ਕਿੰਨੇ ਕੁ ਚਿਰ ਬੰਦਗੀ ਕਰਦੇ ਹੋ? ਕਹਿਣ ਲੱਗੇ 22 ਘੰਟੇ ਬੰਦਗੀ ਕਰੀਦੀ ਤੁਹਾਡੀ ਕਿਰਪਾ ਨਾਲ, ਤੁਹਾਡੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦੇ ਨਾਲ। ਮਹਾਂਪੁਰਖ ਕਹਿਣ ਲੱਗੇ 2 ਘੰਟੇ। ਕਹਿੰਦੇ 2 ਘੰਟੇ ਸੋਈਦਾ ਹੈ, ਆਰਾਮ ਕਰੀਦਾ ਹੈ। ਕਹਿਣ ਲੱਗੇ ਫਿਰ 2 ਘੰਟਿਆਂ ਦਾ ਲੇਖਾ ਤੂੰ ਦੇਵੇਂਗਾ ਕਿ ਦਰਗਾਹ ਵਿੱਚ ਜਾ ਕੇ ਮੈਂ ਦੇਵਾਂਗਾ? ਜਿਹੜਾ ਬੰਦਗੀ ਵਾਲਾ ਮਹਾਂਪੁਰਖ ਹੁੰਦਾ ਹੈ ਉਹਨੂੰ ਤੇ ਪਿਆਰ ਵਾਲੇ 2 ਘੰਟੇ ਵਿਅਰਥ ਜਾਂਦੇ ਵੀ ਬੜੇ ਚੁੱਭਦੇ ਨੇ। ਪਰ ਇੱਥੇ ਸਾਰਾ ਜੀਵਨ ਵਿਅਰਥ ਚਲਾਇਆ ਜਾਂਦਾ, ਪਰ ਬੰਦੇ ਨੂੰ ਕਦੇ ਜਾਗ ਨਹੀਂ ਲੱਗਦੀ, ਬੰਦੇ ਨੂੰ ਸੋਝੀ ਨਹੀਂ ਆਉਂਦੀ। ਕਿਉਂਕਿ ਹਲੇ ਤੱਕ ਸੰਸਾਰ ਦੀ ਮਾਇਆ ਦੇ ਨਸ਼ੇ ਦੇ ਵਿੱਚ ਹੀ ਉਲਝਿਆ ਫਿਰਦਾ। ਸੰਸਾਰ ਦੀ ਮਾਇਆ ਦੇ ਨਸ਼ੇ ਦੇ ਵਿੱਚ ਬਸ ਮਸਤ ਜਾ ਹੋ ਕੇ ਇੱਕ ਦੌੜ ਲੱਗੀ ਹੈ, ਇੱਕ ਭੱਜ ਦੌੜ ਦੇ ਵਿੱਚ ਉਲਝਿਆ ਫਿਰਦਾ। ਬੰਦਗੀ ਕਰਨ ਦਾ, ਸਿਮਰਨ ਕਰਨ ਦਾ ਸਮਾਂ ਨਹੀਂ।
ਪਰ ਮੈਂ ਬੇਨਤੀ ਕਰਾਂ ਜਿੰਨਾ ਸਮਾਂ ਸੰਸਾਰ ਨੂੰ ਬਖਸ਼ਦੇ ਹਾਂ ਉਹਦਾ ਖਿਣ ਮਾਤਰ ਸਮਾਂ ਵੀ ਨਿਰੰਕਾਰ ਨੂੰ ਬਖਸ਼ ਦਈਏ ਤੇ ਪਾਰ ਉਤਾਰਾ ਹੋ ਜਾਵੇਗਾ। ਆਦਿ ਘੜੀ ਆਦਿ ਹੂੰ ਤੇ ਆਦ, ਕਿ ਅੱਧੀ ਤੋਂ ਅੱਧੀ ਘੜੀ ਵੀ ਤੂੰ ਪਰਮਾਤਮਾ ਦੀ ਬੰਦਗੀ ਕਰ ਲਵੇਂ ਤੇ ਗੁਰੂ ਆ ਕਰਕੇ ਤੇਰੇ ਉੱਤੇ ਕਿਰਪਾ ਜ਼ਰੂਰ ਕਰ ਦੇਵੇਗਾ।